ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਐਸਕੇ ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਪ੍ਰਾਚੀਨ ਭਾਰਤ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਜਿਹੜਾ ਟਾਈਮ ਪੀਰੀਅਡ ਹੈਗਾ ਉਹ ਹੈਗਾ 200 ਈਸਵੀ ਪੂਰਵ ਤੋਂ 300 ਈਸਵੀ ਤੱਕ। ਤੇ ਇਹਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ ਉੱਤਰ ਭਾਰਤ ਦੇ ਬਾਰੇ ਵਿੱਚ, ਜਿਹੜਾ ਕਿ ਜਦੋਂ ਸਿਕੰਦਰ ਦੁਆਰਾ ਜਿਹੜੇ ਆਪਣੇ ਸੈਨਾ ਨਾਇਕ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਗਵਰਨਰ ਉਹਨਾਂ ਦੇ ਨਿਯੁਕਤ ਕੀਤੇ ਗਏ ਸੀ, ਉਹਨਾਂ ਦੁਆਰਾ ਭਾਰਤ ਦੇ ਉੱਪਰ ਮੌਰੀਆ ਸਾਮਰਾਜ ਦੇ ਅੰਤ ਤੋਂ ਬਾਅਦ ਹਮਲਾ ਕੀਤੇ ਜਾਣ, ਜਾਂ ਫਿਰ ਉਹਨਾਂ ਦੇ ਜਿਹੜਾ ਭਾਰਤ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ, ਉਹਨਾਂ ਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਜਿਹੜੇ ਕਿਹੜੇ ਕਬੀਲਿਆਂ ਦੇ ਤੌਰ ਤੇ ਜਿਹੜਾ ਭਾਰਤ ਦੇ ਵਿੱਚ ਸ਼ਾਮਿਲ ਹੁੰਦੇ ਹੈਗੇ ਨੇ। ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਉੱਤਰ ਭਾਰਤ ਦੇ ਬਾਰੇ ਵਿੱਚ। ਤੇ ਉੱਤਰ ਭਾਰਤ ਦੇ ਵਿੱਚ ਜਿਹੜਾ 326 ਈਸਵੀ ਪੂਰਵ ਦੇ ਵਿੱਚ ਜਿਹੜਾ ਹੈਗਾ ਸਿਕੰਦਰ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਦੋਂ ਵਾਪਸ ਜਾਂਦਾ ਤਾਂ ਜਿਹੜਾ ਆਪਣੇ ਗਵਰਨਰ ਹੈਗੇ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਨਿਯੁਕਤ ਕਰਕੇ ਚਲਾ ਜਾਂਦਾ ਹੈਗਾ ਤੇ ਜਿੱਥੋਂ ਤੱਕ ਆਪਾਂ ਮੌਰੀਆ ਸਾਮਰਾਜ ਦੀ ਗੱਲ ਕਰਦੇ ਹੈਗੇ ਆ, ਜਿੱਥੋਂ ਤੱਕ ਜਿਹੜਾ ਚੰਦਰਗੁਪਤ ਮੌਰਿਆ ਹੈਗਾ ਉਹਦੇ ਦੁਆਰਾ ਭਾਰਤ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਉਸ ਤੋਂ ਜਿਹੜੀ ਅਗਲੀ ਜਗ੍ਹਾ ਤੇ ਜਾ ਕੇ ਜਿੱਥੇ ਉਹਨਾਂ ਦੇ ਗਵਰਨਰ ਰੁਕਦੇ ਹੈਗੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਸਰਹੱਦਾਂ ਹੈਗੀਆਂ ਨੇ ਭਾਰਤ ਦੀਆਂ, ਜਾਂ ਫਿਰ ਹੋਰ ਜਿਹੜੇ ਸਰਹੱਦੀ ਖੇਤਰ ਹੈਗੇ ਨੇ, ਉੱਥੇ ਜਿੱਥੇ ਉਹ ਜਾ ਕੇ ਠਹਿਰਦੇ ਨੇ, ਉੱਥੇ ਉਹ ਆਪਣਾ ਜਿਹੜਾ ਰਾਜ ਸਥਾਪਿਤ ਕਰ ਲੈਂਦੇ ਨੇ। ਇਸ ਤੋਂ ਅੱਗੇ ਚੱਲ ਕੇ ਜਦੋਂ ਮੌਰੀਆ ਸਾਮਰਾਜ ਦਾ ਪਤਨ ਹੋ ਜਾਂਦਾ ਹੈ ਤਾਂ ਫਿਰ ਇਹੀ ਜਿਹੜੇ ਲੋਕ ਹੈਗੇ ਨੇ, ਜਾਂ ਜਿਹੜੇ ਗਵਰਨਰ ਹੈਗੇ ਨੇ, ਭਾਰਤ ਦੇ ਉੱਪਰ ਦੁਬਾਰਾ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਨੂੰ ਕਰਦੇ ਨੇ। ਤੇ ਇਹਨਾਂ ਦੇ ਵਿੱਚ ਆਪਾਂ ਨਾਮ ਦੇਖਦੇ ਹੈਗੇ ਆ, ਡਿਮਿਟਰੀਅਸ ਹੋਇਆ ਉਹਨਾਂ ਨੇ ਭਾਰਤ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਾਂ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਯੂਨਾਨੀ ਹੋਇਆ, ਇਹ ਇੱਕ ਮਿਨੇਂਦਰ ਜਿਸ ਨੂੰ ਬੋਲਿਆ ਜਾਂਦਾ, ਜਾਂ ਮਿਨਾਂਡਰ ਬੋਲਿਆ ਜਾਂਦਾ ਹੈ ਜਿਨ੍ਹਾਂ ਨੂੰ, ਜਾਂ ਫਿਰ ਜੇ ਬੋਧੀ ਸਾਹਿਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇਸ ਨੂੰ ਮਿਲਿੰਦ ਵੀ ਬੋਲਿਆ ਜਾਂਦਾ ਹੈਗਾ ਤੇ ਇਹਨਾਂ ਨੇ ਜਿਹੜਾ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਜਿਸ ਟਾਈਮ ਤੇ ਸ਼ੁੰਗ ਵੰਸ਼ ਚੱਲ ਰਿਹਾ ਸੀਗਾ। ਤੇ ਜਾਂ ਫਿਰ ਆਪਾਂ ਗੱਲ ਕਰੀਏ ਪੁਸ਼ਯਮਿੱਤਰ ਜਿਹੜੇ ਸ਼ੁੰਗ ਹੈਗੇ ਨੇ, ਉਹਨਾਂ ਦੇ ਟਾਈਮ ਤੇ ਇਹਨਾਂ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ, ਜਾਂ ਫਿਰ ਕਹੀਏ ਪੰਜਾਬ ਦੇ ਉੱਪਰ ਹਮਲਾ ਕੀਤਾ ਸੀ। ਤੇ ਇਸ ਪੰਜਾਬ ਦੇ ਵਿੱਚ ਉਸ ਟਾਈਮ ਤੇ ਜਿਹੜਾ ਪਾਕਿਸਤਾਨ ਵੀ ਵਾਲਾ ਪੰਜਾਬ, ਤੇ ਜਾਂ ਫਿਰ ਆਪਾਂ ਕਸ਼ਮੀਰ ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਕੁਝ ਹਿੱਸਿਆਂ ਦੇ ਉੱਪਰ ਹਮਲਾ ਕਰਕੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਇਹਨਾਂ ਨੇ ਕਰ ਲਿਆ ਸੀ। ਇਸ ਤੋਂ ਬਾਅਦ ਜਿਹੜੀਆਂ ਮਾਝੇ ਏਸ਼ੀਆ ਤੋਂ ਆਉਣ ਵਾਲੀਆਂ ਜਾਤੀਆਂ ਹੈਗੀਆਂ ਨੇ, ਇਹਨਾਂ ਵਿੱਚ ਜਿਹੜੇ ਸੀਥੀਅਨ ਹੈਗੇ ਨੇ ਜਿਹੜੇ ਮੇਨ ਸੀਗੇ, ਤੇ ਇਹਨਾਂ ਨੂੰ ਜਿਹੜਾ ਸ਼ੱਕ ਵੀ ਬੋਲਿਆ ਜਾਂਦਾ ਹੈ। ਜੇ ਆਪਾਂ ਸ਼ੱਕ ਸਾਮਰਾਜ ਦੀ ਗੱਲ ਕਰਦੇ ਹੈਗੇ ਤਾਂ ਇਹਨਾਂ ਦੇ ਵਿੱਚ ਜਿਹੜੇ ਸ਼ੱਕ ਹੈਗੇ ਨੇ, ਇਹਨਾਂ ਨੇ ਵੀ ਜਿਹੜਾ ਭਾਰਤ ਦੇ ਉੱਪਰ ਹਮਲੇ ਕੀਤੇ ਸੀ। ਤੇ ਜਿਹੜੇ ਇਸ ਤੋਂ ਬਾਅਦ ਜਿਹੜਾ ਇਹ ਭਾਰਤ ਦੇ ਵਿੱਚ ਆ ਕੇ ਹੀ ਜਿਹੜਾ ਪੱਕੇ ਤੌਰ ਤੇ ਉਹ ਵਸ ਜਾਂਦੇ ਹੈਗੇ ਨੇ। ਤੇ ਸ਼ੁਰੂ ਵਿੱਚ ਜਿਹੜੀਆਂ ਸ਼ੱਕ ਜਿਹੜੇ ਹੈਗੇ ਨੇ ਉਹਨਾਂ ਦੀਆਂ ਬਸਤੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਉੱਤਰ ਪੱਛਮੀ ਪੰਜਾਬ ਹੈਗਾ ਜਾਂ ਫਿਰ ਉੱਤਰ ਪ੍ਰਦੇਸ਼ ਦੇ ਵਿੱਚ ਮਥੁਰਾ ਦੇ, ਜਾਂ ਮੱਧ ਜਿਹੜਾ ਪ੍ਰਦੇਸ਼ ਹੈਗਾ ਮੱਧ ਪ੍ਰਦੇਸ਼ ਜਾਂ ਫਿਰ ਮੱਧ ਭਾਰਤ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆ ਕੇ ਜਿਹੜਾ ਇਹ ਲੋਕ ਵਸਦੇ ਨੇ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਬਾਅਦ ਵਿੱਚ ਜਿਹੜੇ ਲੋਕ ਹੈਗੇ ਨੇ ਇਹ ਪੱਛਮੀ ਭਾਰਤ ਦੇ ਜਿਹੜਾ ਗੁਜਰਾਤ ਹੈਗਾ ਉਹਦੇ ਉੱਥੇ ਚਲੇ ਜਾਂਦੇ ਨੇ। ਤੇ ਜਾਂ ਫਿਰ ਜੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਉਜੈਨ ਹੈਗਾ ਖੇਤਰ, ਉੱਥੇ ਜਾ ਕੇ ਜਿਹੜਾ ਆਪਣੀ ਸ਼ਕਤੀ ਦਾ ਕੇਂਦਰ ਜਿਹੜਾ ਸਥਾਪਿਤ ਕਰਦੇ ਨੇ। ਤੇ ਜਿਹੜੇ ਸ਼ੱਕ ਹੈਗੇ ਨੇ ਇਹਨਾਂ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜਾ ਇਹਨਾਂ ਦਾ ਪ੍ਰਸਿੱਧ ਸ਼ਾਸਕ ਹੋਇਆ ਉਹ ਰੁਦਰਦਮਨ ਸੀਗਾ। ਰੁਦਰਦਮਨ ਪਹਿਲਾ ਜਿਹਨੂੰ ਬੋਲਿਆ ਜਾਂਦਾ ਹੈਗਾ ਤੇ ਇਹਨਾਂ ਨੇ ਜਿਹੜਾ 200 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਰਾਜ ਕੀਤਾ ਸੀ। ਤੇ ਇਹ ਜਿਹੜਾ ਸ਼ੱਕ ਸਾਮਰਾਜ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਸਭ ਤੋਂ ਮਹਾਨ ਸ਼ਾਸਕ ਇਹ ਹੋਇਆ ਰੁਦਰਦਮਨ। ਤੇ ਇਸ ਤੋਂ ਬਾਅਦ ਚੌਥੀ ਸਦੀ ਦੇ ਵਿੱਚ ਜਿਹੜਾ ਗੁਪਤ ਸਮਰਾਟ ਹੈਗਾ ਚੰਦਰਗੁਪਤ ਵਿਕਰਮਾਦਿੱਤਿਆ ਬੋਲਿਆ ਜਾਂਦਾ ਜਾਂ ਜਿਹਨਾਂ ਨੂੰ ਫਿਰ ਚੰਦਰਗੁਪਤ ਸੈਕਿੰਡ ਬੋਲਿਆ ਜਾਂਦਾ ਇਹਨਾਂ ਨੇ ਸ਼ੱਕ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਹਮਲਾ ਕਰਕੇ ਇਹਨਾਂ ਨੂੰ ਹਰਾ ਕੇ ਤੇ ਇੱਥੋਂ ਜਿਹੜਾ ਇਸ ਸਾਮਰਾਜ ਦਾ ਅੰਤ ਵੀ ਇਹਨਾਂ ਨੇ ਜਿਹੜਾ ਕਰ ਦਿੱਤਾ ਸੀ। ਚੰਦਰਗੁਪਤ ਵਿਕਰਮਾਦਿੱਤਿਆ ਦੁਆਰਾ ਸ਼ੱਕ ਸਾਮਰਾਜ ਦਾ ਜਿਹੜਾ ਅੰਤ ਕਰ ਦਿੱਤਾ ਜਾਂਦਾ ਹੈਗਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੱਲਵ ਦੇ ਬਾਰੇ ਵਿੱਚ। ਜਿਹੜੇ ਪੱਲਵ ਹੈਗੇ ਨੇ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜੇ ਪਾਰਥੀਅਨ ਬੋਲਿਆ ਜਾਂਦਾ ਹੈਗਾ ਤੇ ਇਹ ਵੀ ਜਿਹੜੇ ਭਾਰਤ ਦੇ ਉੱਪਰ ਹਮਲਾ ਕਰਨ ਵਾਲੇ ਜਿਹੜਾ ਵਿਦੇਸ਼ੀ ਕਬੀਲਿਆਂ ਵਿੱਚੋਂ ਇਹ ਸ਼ਾਮਿਲ ਸੀਗੇ। ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਫੇਮਸ ਸ਼ਾਸਕ ਹੈਗਾ ਉਹ ਗੋਂਡੋ ਫੜਨਵੀਸ, ਆਪਾਂ ਨੂੰ ਫੜਨਵੀਸ ਜਿਹਨਾਂ ਨੂੰ ਬੋਲਿਆ ਜਾਂਦਾ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਇਹਨਾਂ ਨੇ ਹੀ ਜਿਹੜੇ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਜਿਹੜੇ ਤਾਂਬੇ ਦੇ ਸਿੱਕੇ ਜਿਹੜੇ ਸਟਾਰਟ ਕੀਤੇ ਸੀ। ਤੇ ਇਹਦੇ ਵਿੱਚ ਇਹਨਾਂ ਦਾ ਜਿਹੜੇ ਗੋਂਡੋ ਫੜਨਵੀਸ ਹੈਗੇ ਨੇ ਇਹਨਾਂ ਦੁਆਰਾ ਇਹਨਾਂ ਨੂੰ ਜਿਹੜਾ ਚਲਾਇਆ ਗਿਆ ਸੀਗਾ। ਪੱਲਵ ਰਾਜ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਪੰਜਾਬ ਜਾਂ ਫਿਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਨੂੰ ਇਹਨਾਂ ਦਾ ਜਿਹੜਾ ਸਾਮਰਾਜ ਉਹ ਦੇਖਣ ਨੂੰ ਮਿਲਦਾ ਹੈਗਾ ਗੋਂਡੋ ਫੜਨਵੀਸ ਦੀ ਮੌਤ ਦੇ ਨਾਲ ਹੀ ਜਿਹੜਾ ਪੱਲਵ ਵੰਸ਼ ਹੈਗਾ ਜਾਂ ਪੱਲਵ ਰਾਜ ਹੈਗਾ ਇਸ ਦਾ ਜਿਹੜਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਇਹ ਲੋਕ ਹੈਗੇ ਨੇ ਇਹ ਵੀ ਜਿਹੜਾ ਭਾਰਤ ਦੇ ਵਿੱਚ ਪੱਕੇ ਤੌਰ ਤੇ ਜਿਹੜਾ ਰਹਿਣਾ ਜਿਹੜਾ ਵਸ ਜਾਂਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਭਾਰਤ ਦਾ ਹੀ ਹਿੱਸਾ ਬਣ ਜਾਂਦੇ ਨੇ, ਭਾਰਤੀ ਸਮਾਜ ਦਾ ਹਿੱਸਾ ਹੀ ਬਣ ਜਾਂਦੇ ਹੈਗੇ ਨੇ। ਤੇ ਇਸ ਤੋਂ ਅੱਗੇ ਚੱਲ ਕੇ ਆਪਾਂ ਗੱਲ ਕਰਾਂਗੇ ਕੁਸ਼ਾਣ ਵੰਸ਼ ਦੇ ਬਾਰੇ ਵਿੱਚ। ਜਿਹੜਾ ਮੱਧ ਏਸ਼ੀਆ ਤੋਂ ਆਉਣ ਵਾਲੇ ਜਿੰਨੇ ਵੀ ਕਬੀਲੇ ਹੈਗੇ ਨੇ, ਜੇ ਆਪਾਂ ਸ਼ੱਕ ਦੀ ਗੱਲ ਕੀਤੀ ਹੈ ਜਾਂ ਫਿਰ ਪੱਲਵ ਦੀ ਗੱਲ ਕੀਤੀ ਹੈਗੀ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜੇ ਆਪਾਂ ਗੱਲ ਕਰੀਏ ਤਾਂ ਜਿਹੜੇ ਫੇਮਸ ਹੋਏ ਨੇ ਉਹ ਜਿਹੜੇ ਕੁਸ਼ਾਣ ਹੈਗੇ ਨੇ। ਤੇ ਇਹਨਾਂ ਦੇ ਵਿੱਚ ਜਿਹੜੇ ਇਹ ਲੋਕ ਹੈਗੇ ਨੇ ਇਹ ਚੀਨ ਦੀ ਜਿਹੜਾ ਸਰਹੱਦ ਦੇ ਪਹਿਲਾਂ ਨੇੜੇ ਤੇੜੇ ਰਹਿੰਦੇ ਸੀ। ਤੇ ਉੱਥੋਂ ਇਹ ਜਿਹੜਾ ਪੱਛਮ ਵੱਲ ਉਹਨਾਂ ਨੇ ਜਿਹੜੀ ਯਾਤਰਾ ਆਪਣੀ ਸ਼ੁਰੂ ਕਰ ਦਿੱਤੀ ਤੇ 100 ਈਸਵੀ ਪੂਰਵ ਦੇ ਵਿੱਚ ਜਿਹੜਾ ਅਫਗਾਨਿਸਤਾਨ ਤੱਕ ਪਹੁੰਚ ਜਾਂਦੇ ਨੇ। ਤੇ ਜੇ ਇਹਨਾਂ ਦੇ ਵਿੱਚ ਸ਼ਾਸਕ ਦੀ ਗੱਲ ਕਰੀਏ ਜਿਹੜੇ ਹੈਗੇ ਨੇ ਮੇਨ, ਤੇ ਇਹਨਾਂ ਨੇ ਵਿੱਚ ਜਿਹੜੇ ਨੇ ਪੰਜਾਬ ਦੇ ਉੱਪਰ ਅਧਿਕਾਰ ਕੀਤਾ ਸੀ ਉਹ ਉਹਨਾਂ ਦਾ ਨਾਮ ਹੈਗਾ ਕੁਜਲ ਕਡਫਿਸਿਸ। ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੁਜਲ ਕਡਫਿਸਿਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਤੋਂ ਬਾਅਦ ਵਿਮ ਕਡਫਿਸਿਸ ਆਉਂਦੇ ਨੇ। ਜਾਂ ਉਸ ਤੋਂ ਬਾਅਦ ਜੇ ਫਿਰ ਆਪਾਂ ਗੱਲ ਕਰੀਏ ਤਾਂ ਜਿਹੜੇ ਇਸ ਸਾਮਰਾਜ ਦੇ ਸਭ ਤੋਂ ਜਿਹੜੇ ਮਹਾਨ ਸ਼ਾਸਕ ਕਨਿਸ਼ਕ ਹੋਏ ਨੇ
ਉਹ ਇਸ ਸਾਮਰਾਜ ਦਾ ਜਿਹੜਾ ਹਿੱਸਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਚੱਲ ਕੇ ਉਹਨਾਂ ਦੇ ਉੱਤਰਾਧਿਕਾਰੀ ਬਣਦੇ ਨੇ, ਤੇ ਇਹਨਾਂ ਦੇ ਟਾਈਮ ਤੇ ਜਿਹੜਾ ਜਿਹੜਾ ਕੁਸ਼ਾਣ ਵੰਸ਼ ਹੈਗਾ ਏ, ਉਹ ਕਾਫੀ ਜ਼ਿਆਦਾ ਜਿਹੜਾ ਪ੍ਰਫੁੱਲਿਤ ਹੁੰਦਾ ਹੈਗਾ ਏ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਸ ਦੁਆਰਾ ਜਿਹੜੀਆਂ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਸੀ, ਤੇ ਜਿਸ ਦੇ ਚੱਲਦੇ ਇਸ ਸਾਮਰਾਜ ਦਾ ਵਿਸਥਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਭਾਰਤ ਦੇ ਵਿੱਚ। ਤੇ ਕਨਿਸ਼ਕ ਜਿਹੜੇ ਹੈਗੇ ਨੇ ਉਹਨਾਂ ਨੇ 78 ਤੋਂ 102 ਈਸਵੀ ਤੱਕ ਜਿਹੜਾ ਭਾਰਤ ਦੇ ਉੱਪਰ ਸ਼ਾਸਨ ਕੀਤਾ ਸੀ, ਤੇ ਇੱਕ ਮਹਾਨ ਜੇਤੂ ਮੰਨੇ ਜਾਂਦੇ ਨੇ। ਤੇ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਹੈ ਭਾਰਤ ਦੇ ਵਿੱਚ ਜਿੰਨੇ ਵੀ ਮਹਾਨ ਸ਼ਾਸਕ ਹੋਏ ਨੇ ਐਂਸ਼ੀਅੰਟ ਟਾਈਮ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਇਹ ਜਿਹੜੇ ਮੰਨੇ ਜਾਂਦੇ ਨੇ, ਉਹਨਾਂ ਵਿੱਚੋਂ ਇਹਨਾਂ ਦਾ ਨਾਮ ਵੀ ਸ਼ਾਮਿਲ ਹੈਗਾ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਸਾਮਰਾਜ ਦੇ ਵਿੱਚ ਜਿਹੜਾ ਕਿਹੜੇ ਕਿਹੜੇ ਸਟੇਟ ਸ਼ਾਮਿਲ ਸੀਗੇ, ਤੇ ਉਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਤੇ ਬਲਖ ਜਿਹੜਾ ਇਹਦੇ ਵਿੱਚ ਸ਼ਾਮਿਲ ਸੀਗਾ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਜਿਹੜਾ ਪਾਨ ਚਾਓ ਚੀਨੀ ਸੈਨਾਪਤੀ ਸੀ, ਉਹਨਾਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਯੁੱਧ ਆਪਾਂ ਨੂੰ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਹੈ। ਤੇ ਇਸ ਤੋਂ ਇਲਾਵਾ ਇਹਨਾਂ ਦਾ ਰਾਜ ਜਿਹੜਾ ਹੈਗਾ ਉਹ ਬਿਹਾਰ ਤੱਕ ਫੈਲਿਆ ਹੋਇਆ ਸੀ। ਜੇ ਆਪਾਂ ਗੱਲ ਕਰੀਏ ਜਿਹੜਾ ਅਸ਼ੋਕ ਦੀ ਤਰ੍ਹਾਂ ਹੀ ਜਿਹੜਾ ਕਨਿਸ਼ਕ ਵੀ ਹੈਗਾ ਉਹ ਬੁੱਧ ਧਰਮ ਦਾ ਅਨੁਆਈ ਸੀਗਾ। ਅੱਗੇ ਚੱਲ ਕੇ ਜਿਹੜਾ ਇਹ ਬੁੱਧ ਧਰਮ ਨੂੰ ਹੀ ਅਪਣਾਉਂਦੇ ਹੈਗੇ ਨੇ, ਤੇ ਇਸ ਦੇ ਤਰ੍ਹਾਂ ਇਹਨਾਂ ਦੀ ਤਰ੍ਹਾਂ ਹੀ ਜਿਹੜੇ ਹੈਗੇ ਨੇ ਅਸ਼ੋਕ ਦੀ ਤਰ੍ਹਾਂ ਹੀ ਇਹਨਾਂ ਦੁਆਰਾ ਵੀ ਜਿਹੜਾ ਇੱਕ ਬੌਧ ਸੰਗੀਤੀ ਜਿਹੜੀ ਹੈਗੀ ਹੈ ਜਾਂ ਬੌਧ ਸਭਾ ਬੋਲਿਆ ਜਾਂਦਾ ਹੈ, ਜਿਸ ਨੂੰ ਉਹਦਾ ਜਿਹੜਾ ਨਿਰਮਾਣ ਕਰਵਾਇਆ ਜਾਂਦਾ ਹੈ, ਆਯੋਜਨ ਕਰਵਾਇਆ ਜਾਂਦਾ ਹੈ ਸਭਾ ਦਾ, ਤੇ ਉਹਦੇ ਵਿੱਚ ਜਿਹੜੇ ਉਹਨਾਂ ਦੇ ਦੁਆਰਾ ਵਿਦਵਾਨ ਵੀ ਬੁਲਾਏ ਜਾਂਦੇ ਨੇ। ਤੇ ਨਾਲ ਹੀ ਜਿਹੜਾ ਇਹ ਜਿਹੜੀ ਸਭਾ ਹੈਗੀ ਹੈ ਉਹ ਕਸ਼ਮੀਰ ਦੇ ਵਿੱਚ ਹੁੰਦੀ ਹੈਗੀ, ਤੇ ਜਿਹੜੀ ਚੌਥੀ ਬੌਧ ਸਭਾ ਸੀਗੀ ਜਿਹੜੀ ਕਨਿਸ਼ਕ ਦੇ ਦੁਆਰਾ ਕਰਵਾਈ ਗਈ ਸੀਗੀ। ਕਨਿਸ਼ਕ ਦੇ ਦੁਆਰਾ ਅਸ਼ੋਕ ਦੀ ਤਰ੍ਹਾਂ ਹੀ ਜਿਹੜੇ ਕਾਫੀ ਸਾਰੇ ਸਤੂਪ ਤੇ ਵਿਹਾਰਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਦੇਖਣ ਨੂੰ ਮਿਲਦਾ ਹੈਗਾ, ਤੇ ਉਹਨਾਂ ਦੇ ਜਿਹੜੇ ਦਰਬਾਰ ਦੇ ਵਿੱਚ ਜਿਹੜਾ ਅਸ਼ੋਕੋਸ਼ ਨਾਮਕ ਜਿਹੜੇ ਬੌਧ ਵਿਦਵਾਨ ਰਹਿੰਦੇ ਸੀਗੇ, ਜਿਨ੍ਹਾਂ ਦੁਆਰਾ ਇਸ ਸਭਾ ਦਾ ਆਪਾਂ ਕਹਿ ਸਕਦੇ ਹਾਂ ਕਿ ਅਗਵਾਈ ਕੀਤੀ ਜਾਂਦੀ ਹੈਗੀ ਹੈ। ਤੇ ਇਸ ਤੋਂ ਇਲਾਵਾ ਉਹ ਜਿਹੜੇ ਹੈਗੇ ਨੇ ਕਨਿਸ਼ਕ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹੈਗੇ ਕਲਾ ਦੇਵੀ ਸਰਪ੍ਰਸਤ ਸੀਗੇ, ਤੇ ਉਹਨਾਂ ਦੇ ਟਾਈਮ ਤੇ ਜਿਹੜੀਆਂ ਬਹੁਤ ਸਾਰੀਆਂ ਨੇ ਬੁੱਧ ਮੂਰਤੀਆਂ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਕਨਿਸ਼ਕ ਦੇ ਟਾਈਮ ਤੇ ਜਿਹੜੀ ਗੰਧਾਰ ਕਲਾ ਸ਼ੈਲੀ ਦਾ ਵੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਤੇ ਨਾਲ ਦੀ ਨਾਲ ਜਿਹੜੀ ਆਪਾਂ ਨੂੰ ਮਥੁਰਾ ਕਲਾ ਸ਼ੈਲੀ ਹੈਗੀ ਉਹ ਵੀ ਦੇਖਣ ਨੂੰ ਮਿਲਦੀ ਹੈਗੀ। ਤੇ ਕਨਿਸ਼ਕ ਦੇ ਟਾਈਮ ਤੇ ਜਿਹੜੀ ਬੁੱਧ ਦੀ ਜਿਹੜੀ ਮੂਰਤੀ ਪੂਜਾ ਉਹ ਸਟਾਰਟ ਹੋ ਜਾਂਦੀ ਹੈਗੀ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਨਿਸ਼ਕ ਦੇ ਦੁਆਰਾ ਸੋਨੇ ਤੇ ਤਾਂਬੇ ਦੇ ਸਿੱਕੇ ਵੀ ਚਲਵਾਏ ਗਏ ਸੀ, ਤੇ ਇਸ ਦੇ ਪਹਿਲਾਂ ਆਪਾਂ ਗੱਲ ਕੀਤੀ ਹੈ ਤਾਂਬੇ ਦੇ ਸਿੱਕਿਆਂ ਦੇ ਬਾਰੇ ਵਿੱਚ ਜਿਹੜੇ ਸਟਾਰਟ ਕਰਵਾਏ ਗਏ ਸੀ ਉਹ ਗੋਂਡੋ ਫੜਨਵੀਸ ਜੋ ਪੱਲਵ ਹੋਏ ਨੇ ਉਹਨਾਂ ਦੇ ਦੁਆਰਾ ਇਸ ਚੀਜ਼ ਨੂੰ ਸ਼ੁਰੂ ਕੀਤਾ ਗਿਆ ਸੀਗਾ। ਤੇ ਇਸ ਤੋਂ ਇਲਾਵਾ ਜਿਹੜਾ ਕਨਿਸ਼ਕ ਹੈਗਾ ਇਹਨੇ ਸੋਨੇ ਤੇ ਤਾਂਬੇ ਦੇ ਸਿੱਕੇ ਜਿਹੜੇ ਜਾਰੀ ਕਰਵਾਏ ਸੀ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਤਿਹਾਸ ਦੇ ਵਿੱਚ ਇਹ ਮਹਾਨ ਸ਼ਾਸਕਾਂ ਦੇ ਵਿੱਚੋਂ ਗਿਣੇ ਜਾਂਦੇ ਨੇ। ਕਨਿਸ਼ਕ ਤੋਂ ਬਾਅਦ ਆਪਾਂ ਨੂੰ ਜਿਹੜੇ ਇਹਨਾਂ ਦੇ ਅੱਗੇ ਚੱਲ ਕੇ ਉੱਤਰਾਧਿਕਾਰੀ ਦੇਖਣ ਨੂੰ ਮਿਲਦੇ ਨੇ, ਉਹਨਾਂ ਵਿੱਚ ਵਸ਼ਿਸ਼ਕ ਹੁਵਿਸ਼ਕ ਵਾਸੁਦੇਵ ਜਿਹੜੇ ਹੈਗੇ ਨੇ ਉਹ ਨਾਮ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਇਹ ਜਿਹੜੇ ਕਨਿਸ਼ਕ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ, ਪਰ ਇਹਨਾਂ ਦੇ ਮੁਕਾਬਲੇ ਵਿੱਚ ਜਿਹੜੇ ਜਿੰਨੇ ਵੀ ਸ਼ਾਸਕ ਹੋਏ ਨੇ ਬਾਕੀ ਵਾਲੇ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ। ਤੇ ਤੀਸਰੀ ਸਦੀ ਈਸਵੀ ਦੇ ਵਿੱਚ ਜਿਹੜਾ ਇਹ ਕੁਸ਼ਾਣ ਵੰਸ਼ ਹੈਗਾ ਇਹਦਾ ਵੀ ਜਿਹੜਾ ਅੰਤ ਹੋਣਾ ਉਹ ਸ਼ੁਰੂ ਹੋ ਜਾਂਦਾ ਹੈਗਾ। ਤੇ ਇਸ ਤੋਂ ਬਾਅਦ ਆਪਾਂ ਜੇ ਯਾਦ ਰੱਖਣ ਯੋਗ ਨੁਕਤੇ ਦੇਖੀਏ ਤਾਂ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਜਿਹੜਾ ਪੁਸ਼ਯਮਿੱਤਰ ਹੈਗਾ ਉਹਨਾਂ ਨੇ ਮੌਰਿਆ ਵੰਸ਼ ਦੇ ਆਖਰੀ ਸ਼ਾਸਕ ਬ੍ਰਿਹਦਰਥ ਦੀ ਹੱਤਿਆ ਕਰਕੇ ਜਿਹੜਾ ਸ਼ੁੰਗ ਵੰਸ਼ ਦੀ ਜਿਹੜੀ ਨੀਂਹ ਰੱਖੀ ਸੀਗੀ। ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ ਸਾਤਵਾਹਨਾਂ ਦੇ ਬਾਰੇ ਵਿੱਚ, ਜਿਹੜੇ ਸਾਤਵਾਹਨ ਸ਼ਾਸਕ ਹੈਗੇ ਨੇ ਉਹਨਾਂ ਵਿੱਚ ਗੌਤਮੀ ਪੁੱਤਰ ਸਾਤਕਰਨੀ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸ਼ਾਸਕ ਸੀਗੇ। ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਹੁੰਦੇ ਨੇ ਵਸ਼ਿਸ਼ਟੀ ਪੁੱਤਰ ਪੁਲਵਾਮੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਤੇ ਜਾਂ ਫਿਰ ਅੰਤ ਵਾਲੇ ਸ਼ਾਸਕ ਦੀ ਗੱਲ ਕਰੀਏ ਤਾਂ ਯੱਗੀ ਸ਼੍ਰੀ ਸਤਕਰਨੀ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਚੌਲ ਪਾਂਡੇ ਦੇ ਚੇਰ ਦੇ ਬਾਰੇ ਵਿੱਚ, ਜਿਹੜਾ ਕਰਿਕਾਲ ਹੈਗਾ ਇਹ ਚੌਲ ਵੰਸ਼ ਦਾ ਜਿਹੜਾ ਸਭ ਤੋਂ ਮਹਾਨ ਸ਼ਾਸਕ ਹੋਇਆ। ਤੇ ਉਸ ਤੋਂ ਬਾਅਦ ਆਪਾਂ ਪਾਂਡਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਨਿੰਦੂਜਦਾਇਨ ਜਿਹੜੇ ਹੈਗੇ ਨੇ ਉਹ ਫੇਮਸ ਸ਼ਾਸਕ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਤੇ ਚੇਰ ਵੰਸ਼ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਦਨ ਦੂਜਾ ਤੇ ਪਿਰੂਨਾਰ ਜਾਂ ਫਿਰ ਸੇਨੂਗੁੰਤੇਵਾਲ ਆਪਾਂ ਨੂੰ ਸ਼ਾਸਕ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਹੈਗੀ ਹੈ ਕਨਿਸ਼ਕ ਰਾਜ ਜਿਹੜਾ ਹੈਗਾ ਉਹ ਜਿਹੜਾ ਕਨਿਸ਼ਕ ਰਾਜਾ ਹੋਇਆ ਹੈ ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਇਸ ਦੇ ਨਾਲ ਹੀ ਇਹ ਵੀਡੀਓ ਦਾ ਜਿਹੜਾ ਐਂਡ ਹੁੰਦਾ ਹੈਗਾ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ। ਬਹੁਤ ਬਹੁਤ ਧੰਨਵਾਦ।